हेलो स्टूडेंट्स वुड हमेशा ही बहुत सारे स्टूडेंट्स ਦੀ ਪ੍ਰੋਬਲਮ ਰਿਹਾ ਹੈ ਬਿਕੋਜ਼ ਕਈ ਵਾਰੀ ਇਹਨੂੰ ਆਪਾਂ ਇਸ ਤਰੀਕੇ ਨਾਲ ਯੂਜ਼ ਕਰਦੇ ਆ ਆਈ ਊਡ ਲਾਈਕ ਤੁਸੀਂ ਇਸ ਤਰ੍ਹਾਂ ਦੇ ਸੈਂਟੈਂਸਸ ਜ਼ਰੂਰ ਦੇਖੇ ਹੋਣਗੇ ਜਾਂ ਫਿਰ ਵੁੱਡ ਯੂ ਓਪਨ ਦ ਡੋਰ ਪਲੀਜ਼ ਨੈਕਸਟ ਕੁਐਸਚਨ ਜਿਵੇਂ ਕਿ ਲਿਖਿਆ ਕਿ ਆਈ ਊਡ ਸੇ ਹੀ ਇਜ਼ ਸਟਰੋਂਗ ਐਂਡ ਦ ਨੈਕਸਟ ਵਨ ਇਜ਼ he would be successful if he worked hard next sentence she said I would not clear my exam and the last one is would you mind if I smoke here definitely ਤੁਸੀਂ ਹਮੇਸ਼ਾ ਇਸ ਤਰ੍ਹਾਂ ਦੇ ਸੈਂਟੈਂਸਸ ਇੰਗਲਿਸ਼ ਪੜ੍ਹਦੇ ਹੋਏ ਇੰਗਲਿਸ਼ ਸੁਣਦੇ ਹੋਏ ਜਾਂ ਕਦੇ ਵੀ ਇੰਗਲਿਸ਼ ਦੇ ਵਿੱਚ ਜਦੋਂ ਤੁਹਾਨੂੰ ਕੋਈ ਨਾ ਕੋਈ ਚੀਜ਼ ਕਰਨੀ ਪੈਂਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਦੇ ਸੈਂਟੈਂਸਸ ਦੇਖਦੇ ਆ ਔਰ ਹਮੇਸ਼ਾ ਕਨਫਿਊਜ਼ ਹੁੰਦੇ ਆ ਕਿ would ਨੂੰ ਐਕਚੁਅਲ ਦੇ ਵਿੱਚ ਯੂਜ਼ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਬਿਕੋਜ਼ ਐਸ ਸੈਂਟੈਂਸ ਦੇ ਵਿੱਚ ਜਿਹੜਾ ਆ would ਉਹ ਪਾਸਟ ਟੈਂਸ ਦੇ ਵਿੱਚ ਯੂਜ਼ ਹੋ ਰਿਹਾ ਐਸ ਸੈਂਟੈਂਸ ਦੇ ਵਿੱਚ would ਪ੍ਰੈਜ਼ੈਂਟਲੀ ਯੂਜ਼ ਹੋ ਰਿਹਾ ਸੋ ਆਲ ਥੀਸ ਆਰ ਵੈਰੀ ਕਨਫਿਊਜ਼ਿੰਗ ਥਿੰਗਸ ਸੋ ਅਗਰ ਤੁਹਾਨੂੰ ਵੀ would ਨੂੰ ਲੈ ਕੇ ਕਨਫਿਊਜ਼ਨ ਹੈਗੀ ਆ ਕਿ ਕਦੋਂ would ਨੂੰ ਯੂਜ਼ ਕਰਨਾ ਕਿਸ ਟਾਈਮ ਯੂਜ਼ ਕਰਨਾ ਕਿਹੜੀ ਸਿਚੁਏਸ਼ਨ ਦੇ ਵਿੱਚ ਯੂਜ਼ ਕਰਨਾ ਤੇ ਇਹ ਵੀਡੀਓ ਤੁਹਾਡੇ ਲਈ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਦੇਖਦੇ ਆ ਕਿ ਕਿਵੇਂ ਬਣੇ ਨੇ ਸਾਰੇ ਸੈਂਟੈਂਸ ਔਰ ਕਿਹੜੀ ਕਿਹੜੀ ਸਿਚੁਏਸ਼ਨ ਦੇ ਵਿੱਚ would ਨੂੰ ਯੂਜ਼ ਕਰਾਂਗੇ ਆਪਾਂ ਸੋ ਲੈਟਸ ਗੈਟ ਸਟਾਰਟਡ बेसिकली would ਜਿਹੜਾ ਆ ਇਸ ਨੂੰ ਕਿਹਾ ਜਾਂਦਾ ਪਾਸਟ ਆਫ ਵਿਲ ਮੀਨਸ ਕੀ ਆ ਕਿ ਇਸ ਨੂੰ ਵਿਲ ਦੇ ਪਾਸਟ ਦੇ ਲਈ ਵਰਤਿਆ ਜਾਂਦਾ ਬਟ ਇਸ ਤਰੀਕੇ ਦੇ ਨਾਲ ਤੁਹਾਨੂੰ ਸਮਝ ਕੁਝ ਨਹੀਂ ਆਉਣਾ ਕਿ ਪਾਸਟ ਆਫ ਵਿਲ ਵਟ ਕੀ ਹੈਗਾ ਪਾਸਟ ਆਫ ਵਿਲ ਸੋ ਇਸ ਤਰੀਕੇ ਦੇ ਨਾਲ ਨਹੀਂ ਸਟੂਡੈਂਟ ਆਪਾਂ ਡਾਇਰੈਕਟ ਜਿਹੜੇ ਦੇ ਯੂਜ਼ਸ ਦੇਖਾਂਗੇ ਕਿ ਕਦੋਂ ਇਸ ਨੂੰ ਯੂਜ਼ ਕੀਤਾ ਜਾਣਾ ਕਦੋਂ ਯੂਜ਼ ਨਹੀਂ ਕਰਨਾ ਹੈਗਾ ਇੱਕ ਇੰਪੋਰਟੈਂਟ ਚੀਜ਼ ਹੈਗੀ ਹੈ ਸਟੂਡੈਂਟ ਯਾਦ ਰੱਖਿਓ ਕਿ ਮੈਂ ਪਹਿਲਾਂ ਵੀ ਤੁਹਾਨੂੰ ਮਾਡਲਸ ਵਾਲੀ ਵੀਡੀਓਜ਼ 'ਚ ਦੱਸ ਚੁੱਕਿਆ ਕਿ ਮਾਡਲਸ ਦਾ ਆਪਣਾ ਕੋਈ ਵੀ ਟੈਂਸ ਨਹੀਂ ਹੁੰਦਾ ਇਹਨੂੰ ਅਕੋਰਡਿੰਗ ਟੂ ਕੰਟੈਕਸਟ ਕਈ ਸਿਚੁਏਸ਼ਨਸ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਮੀਨਸ ਕਿ ਸੇਮ ਹੀ ਤਰੀਕੇ ਦੇ ਨਾਲ ਪ੍ਰੈਜ਼ੈਂਟ 'ਚ ਵੀ ਯੂਜ਼ ਹੋ ਜਾਊਗਾ ਸੇਮ ਹੀ ਤਰੀਕੇ ਦਾ ਪਾਸਟ ਵਿੱਚ ਵੀ ਯੂਜ਼ ਹੋ ਜਾਊਗਾ ਬਟ ਵੀ ਹੈਵ ਟੂ ਅੰਡਰਸਟੈਂਡ ਦਾ ਕੰਟੈਕਸਟ ਵੀ ਕਿਸ ਮੌਕੇ ਦੇ ਉੱਤੇ ਕਿਸ ਸਿਚੁਏਸ਼ਨ ਦੇ ਉੱਤੇ ਗੱਲ ਕੀਤੀ ਗਈ ਆ ਦੈਨ ਵੀ ਕੈਨ ਅੰਡਰਸਟੈਂਡ ਕਿ ਕਿਹੜੀ ਟੈਂਸ ਦੇ ਲਈ ਇਹਨੂੰ ਯੂਜ਼ ਕੀਤਾ ਜਾ ਰਿਹਾ ਸੋ ਫਸਟ ਆਪਾਂ ਯੂਜ਼ ਦੇਖਦੇ ਹਾਂ ਬੇਸਿਕਲੀ ਦੋ ਟੈਂਸਸ ਦੇ ਲਈ ਤਾਂ ਇਹਨੂੰ ਆਪਾਂ ਯੂਜ਼ ਕਰਾਂਗੇ ਜੋ ਫਸਟ ਹੈਗਾ ਪ੍ਰੈਜ਼ੈਂਟ ਟੈਂਸ ਐਂਡ ਪਾਸਟ ਟੈਂਸ ਦੋਨਾਂ ਦੇ ਲਈ ਯੂਜ਼ ਹੋਊਗਾ ਪ੍ਰੈਜ਼ੈਂਟ ਦੇ ਵਿੱਚ ਕਿੱਥੇ ਯੂਜ਼ ਹੋਣਾ ਪ੍ਰੈਜ਼ੈਂਟ ਚ ਯੂਜ਼ ਹੋਊਗਾ ਡਿਜ਼ਾਇਰ ਜਾਂ ਫਿਰ ਵਾਂਟ ਨੂੰ ਦੱਸਣ ਦੇ ਲਈ ਇਹ ਸਾਰਾ ਕੁਝ ਤੁਹਾਨੂੰ ਮੈਂ ਵਨ ਬਾਈ ਵਨ ਜਿਹੜਾ ਡਿਸਕਸ ਕਰਾਂਗੇ ਪਹਿਲਾਂ ਆਪਾਂ ਸ਼ਾਰਟ ਦੇ ਵਿੱਚ ਦੇਖ ਲਈਏ ਕਿ ਐਕਚੁਅਲ ਦੇ ਵਿੱਚ would ਨੂੰ ਯੂਜ਼ ਕਿੱਥੇ ਕਰਨਾ ਸੋ ਫਸਟ ਆਫ ਆਲ ਪ੍ਰੈਜ਼ੈਂਟ ਦੇ ਵਿੱਚ would is used to show our desire or want whenever we want something then we can use would number second for offers whenever we have to give offers to others then we use would number third for polite request and number 4 is opinion ਇਹ ਚਾਰ ਦੇ ਚਾਰ use students would ਦੇ ਹੋਣਗੇ present ਦੇ and then we have the past tense in the past tense it is used in three conditions number first when we have to talk about the habitual actions in past ਜਦੋਂ ਅਸੀਂ ਆਪਣੇ ਹੈਬਿਟ ਆਪਣੀਆਂ ਆਦਤਾਂ ਦੀ ਗੱਲ ਕਰਨੀ ਹੋਊਗੀ ਪਾਸਟ ਦੇ ਵਿੱਚ ਮੀਨਸ ਕਿ ਜਿਹੜੇ ਐਕਸ਼ਨ ਆਪਾਂ ਰਿਪੀਟਡ ਕਰਦੇ ਸੀ ਉਹਨਾਂ ਬਾਰੇ ਗੱਲ ਕਰਨੀ ਹੈ then we can use would similar like to used ਜਿਵੇਂ ਹੀ used ਨੂੰ ਯੂਜ਼ ਕਰਦੇ ਹਾਂ ਤਾਂ ਆਪਾਂ would ਨੂੰ ਵੀ ਯੂਜ਼ ਕਰ ਸਕਦੇ ਹਾਂ ਨੰਬਰ ਸੈਕੰਡ future seen from past ਅਗਰ ਅਸੀਂ future ਦੀ ਗੱਲ ਕਰਨੀ ਆ ਬਟ ਕੀਤੀ ਉਹ ਗੱਲ past ਦੇ ਵਿੱਚ ਸੀਗੀ then we can use would and the last one is in conditionals where we have to show our wish whenever we hypothesis something ਅਸੀਂ ਕਿਸੇ ਚੀਜ਼ ਦਾ ਅੰਦਾਜ਼ਾ ਲਗਾਉਂਦੇ ਹਾਂ ਉਦੋਂ ਵੀ ਇਹਨੂੰ ਯੂਜ਼ ਕਰਦੇ ਹਾਂ ਸੋ ਸਟੂਡੈਂਟਸ ਕੀ ਨੇ ਸਾਰੇ ਯੂਜ਼ ਵਨ ਬਾਈ ਵਨ ਦੇਖਦੇ ਹਾਂ ਵਿਦ ਐਗਜ਼ਾਮਪਲਸ ਸੋ ਨੰਬਰ ਫਸਟ ਦੇ ਉੱਤੇ would ਨੂੰ ਯੂਜ਼ ਕਰਾਂਗੇ ਆਪਾਂ ਪੋਲਾਈਟ ਰਿਕੁਐਸਟ ਜਾਂ ਫਿਰ ਆਫਰ ਦੇ ਲਈ ਕੀ ਹੁੰਦੀਆਂ ਪੋਲਾਈਟ ਰਿਕੁਐਸਟਾਂ ਕੀ ਹੁੰਦਾ ਹੈ ਆਫਰ ਫਸਟ ਆਪਾਂ ਇਹਨੂੰ ਸਮਝ ਲਈਏ ਸਟੂਡੈਂਟਸ ਅਕਸਰ ਅਸੀਂ ਕਦੀ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਰਿਕੁਐਸਟ ਕਰਦੇ ਹਾਂ ਔਰ ਅਸੀਂ ਹਮੇਸ਼ਾ ਹੀ ਦੂਸਰੇ ਬੰਦੇ ਨੂੰ ਨਿਮਰਤਾ ਦੇ ਨਾਲ ਪੋਲਾਈਟ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਇਸ ਤਰੀਕੇ ਨਾਲ ਕਰੋਗੇ ਜਾਂ ਫਿਰ ਤੁਸੀਂ ਆਹ ਚੀਜ਼ ਪਸੰਦ ਕਰੋਗੇ ਸੋ ਉਹਨੂੰ ਆਪਾਂ ਕਹਿੰਦੇ ਸਟੂਡੈਂਟਸ ਪੋਲਾਈਟ ਰਿਕੁਐਸਟ ਜਾਂ ਫਿਰ ਪੋਲਾਈਟ ਆਫਰ ਇਹਦੇ ਵਿੱਚ ਜਿਹੜਾ ਬੇਸਿਕਲੀ ਸਟਰਕਚਰ ਯੂਜ਼ ਹੋਣਾ ਆਬਵੀਅਸਲੀ ਤੁਹਾਨੂੰ ਪਤਾ ਕਿ ਕੁਐਸਚਨ ਵਾਲਾ ਹੀ ਯੂਜ਼ ਹੋਊਗਾ ਸੋ ਫਸਟ would ਲੱਗੂਗਾ you after that the sentence whatever we want to say ਉਸ ਤਰੀਕੇ ਦਾ ਸੈਂਟੈਂਸ ਬਣੂਗਾ ਐਗਜ਼ਾਮਪਲਸ ਦੇ ਨਾਲ ਸਮਝੇ ਇਹਨੂੰ ਹੁਣ ਪਹਿਲੀ ਐਗਜ਼ਾਮਪਲ ਆਪਾਂ ਲਿਖੀ ਹੋਈ ਆ ਕਿ would you pass me that pen please ਫੋਰ ਐਗਜ਼ਾਮਪਲ ਕਿ ਅਸੀਂ ਕਲਾਸ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਰਿਕੁਐਸਟ ਕਰਨੀ ਆ ਮੈਂ ਉਸ ਤੋਂ ਕੋਈ ਚੀਜ਼ ਮੰਗਣੀ ਆ ਜਾਂ ਮੇਰੀ ਕੋਈ ਚੀਜ਼ ਪਰਲੇ ਪਾਸੇ ਪਈ ਆ ਮੈਂ ਉਹਨੂੰ ਕਹਿਣਾ ਕਿ ਪਲੀਜ਼ ਮੇਰੇ ਵੱਲ ਭੇਜ ਦੇ ਤੇ ਦੈਨ ਆਬਵੀਅਸਲੀ ਅਸੀਂ ਉਹਨੂੰ ਜਿਹੜੀ ਇੱਕ ਪੋਲਾਈਟ ਰਿਕੁਐਸਟ ਕਰਾਂਗੇ ਅਸੀਂ ਇਦਾਂ ਤਾਂ ਕਹਾਂਗੇ ਕਿ ਮੇਰਾ ਪੈਨ ਦੇ ਦੇ ਹਨਾ ਸੋ ਇਸ ਕਰਕੇ ਉੱਤੇ ਇੱਕ ਪੋਲਾਈਟ ਰਿਕੁਐਸਟ ਕੀਤੀ ਜਾਂਦੀ ਆ ਨਿਮਰਤਾ ਦੇ ਨਾਲ ਸੋ ਉੱਥੇ ਵੀ ਕੀ ਆਪਾਂ ਕਹਾਂਗੇ ਕਿ would you pass me that pen please ਕਿ ਤੁਸੀਂ ਮੈਨੂੰ ਉਹ ਪੈਨ ਜਿਹੜਾ ਆ ਮੈਨੂੰ ਪਾਸ ਕਰੋਗੇ ਜਾਂ ਮੇਰੇ ਤੱਕ ਪਹੁੰਚਾਓਗੇ ਸੋ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਕਿਸੇ ਨੂੰ ਕੋਈ ਪੋਲਾਈਟ ਰਿਕੁਐਸਟ ਕਰਦੇ ਆ then we use would same next example would you buy me a new phone
ਅਸੀਂ ਜਦੋਂ ਕਿਸੇ ਬੰਦੇ ਨੂੰ ਕਹਿੰਦੇ ਆ ਕਿ ਮੇਰੇ ਲਈ ਕੋਈ ਨਵਾਂ ਫੋਨ ਖਰੀਦੇਗਾ ਕਿ ਤੂੰ ਮੈਨੂੰ ਨਵਾਂ ਫੋਨ ਖਰੀਦ ਕੇ ਦੇਵੇਂਗਾ, ਇਦਾਂ ਆਪਾਂ ਕਹਿ ਸਕਦੇ ਹਾਂ। ਸੋ ਇਹ ਵੀ ਇੱਕ ਪੋਲਾਈਟ ਰਿਕੁਐਸਟ ਹੈਗੀ। ਫॉर ਐਗਜ਼ਾਮਪਲ ਵੀ ਕੈਨ ਮੇਕ ਆਰ ਰਿਕੁਐਸਟਸ ਟੂ ਆਰ ਪੇਰੈਂਟਸ। ਸੋ ਅਸੀਂ ਪੇਰੈਂਟਸ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਕੁਐਸਟਸ ਕਰ ਸਕਦੇ ਹਾਂ। ਸੋ ਪੋਲਾਈਟ ਨਿਮਰਤਾ ਦੇ ਨਾਲ ਉੱਥੇ ਕਰਦੇ ਹਾਂ। ਵੁੱਡ ਯੂ ਬਾਈ ਮੀ ਅ ਨਿਊ ਫੋਨ, ਕੀ ਤੁਸੀਂ ਮੈਨੂੰ ਇੱਕ ਨਵਾਂ ਫੋਨ ਖਰੀਦ ਕੇ ਦੇਵੋਗੇ। ਸੋ ਇਸ ਤਰੀਕੇ ਦੇ ਨਾਲ ਅਸੀਂ ਪੋਲਾਈਟ ਰਿਕੁਐਸਟ ਇੱਥੇ ਫਿਰ ਯੂਜ਼ ਕਰਦੇ ਪਏ। ਨੰਬਰ 3, what would you like to have। ਮੰਨ ਲਓ ਕਿ ਅਗਰ ਤੁਸੀਂ ਕੋਈ ਚੀਜ਼ ਲੈਣ ਜਾ ਰਹੇ ਹੋ, ਤੁਹਾਡਾ ਫਰੈਂਡ ਜਾਂ ਤੁਹਾਡੇ ਨਾਲ ਕੋਈ ਹੈਗਾ, ਤੇ ਉੱਥੇ ਤੁਸੀਂ ਉਹ ਤੁਹਾਨੂੰ ਪੁੱਛ ਸਕਦਾ ਕਿ ਤੁਸੀਂ ਕੀ ਲੈਣਾ ਪਸੰਦ ਕਰੋਗੇ। ਜਾਂ ਫਿਰ ਮੋਸਟ ਆਫ ਦਾ ਟਾਈਮ ਤੁਸੀਂ ਜਿਹੜਾ ਆ ਰੈਸਟੋਰੈਂਟਸ ਦੇ ਵਿੱਚ ਜਾਂਦੇ ਆ, ਸ਼ਾਪਸ ਤੇ ਜਾਂਦੇ ਆ ਕੁਛ ਨਾ ਕੁਛ ਬਾਈ ਕਰਨ ਦੇ ਲਈ। ਸੋ ਉੱਥੇ ਜਿਹੜਾ ਤੁਹਾਨੂੰ ਇਸ ਤਰੀਕੇ ਦੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ, what would you like to have। ਮੀਨਸ ਕੀ ਹੈ ਕਿ ਇੱਥੇ ਵੀ ਤੁਹਾਨੂੰ ਰਿਕੁਐਸਟ ਜਾਂ ਫਿਰ ਇਸ ਨੂੰ ਆਪਾਂ ਆਫਰ ਵੀ ਮੰਨ ਸਕਦੇ ਹਾਂ ਕਿ ਤੁਸੀਂ ਕੀ ਲੈਣਾ ਪਸੰਦ ਕਰੋਗੇ। ਸੋ ਇਹ ਵਾਲੀ ਜਿਹੜੀ ਹੈ ਫਰੇਜ਼ ਹੈਗੀ ਹੈ ਜਾਂ ਇਹ ਵਾਲਾ ਸੈਂਟੈਂਸ ਜਿਹੜਾ ਤੁਸੀਂ ਰੈਗੂਲਰਲੀ ਸੁਣਦੇ ਆ ਰੈਸਟੋਰੈਂਟਸ ਦੇ ਵਿੱਚ, ਅਗਰ ਤੁਸੀਂ ਕੋਈ ਕਨਵਰਸੇਸ਼ਨ ਸੁਣਦੇ ਆ, ਸੋ ਉੱਥੇ ਵੀ ਜਿਹੜਾ ਹੈ ਨਿਮਰਤਾ ਦੇ ਨਾਲ ਤੁਹਾਨੂੰ ਰਿਕੁਐਸਟ ਜਾਂ ਫਿਰ ਆਫਰ ਕੀਤਾ ਜਾਂਦਾ। ਸੋ ਉੱਥੇ ਜਿਹੜਾ ਇਹਦਾ ਕੁਐਸਚਨ ਇਸ ਤਰ੍ਹਾਂ ਪੁੱਛਿਆ ਜਾਊਗਾ ਕਿ what would you like to have। would you drive today। ਅਗਰ ਕਿਸੇ ਨੂੰ ਆਪਾਂ ਰਿਕੁਐਸਟ ਕਰਨੀ ਹੋਵੇ ਕਿ ਅੱਜ ਕਾਰ ਤੂੰ ਚਲਾ, ਤੇ then definitely we have to make a polite request। ਅਸੀਂ ਇੱਕ polite request ਕਰਾਂਗੇ ਕਿ would you drive today, ਕਿ ਤੁਸੀਂ ਅੱਜ ਕਾਰ ਚਲਾਓਗੇ। ਸੋ ਨਿਮਰਤਾ ਦੇ ਨਾਲ ਇਹ ਵਾਲੀ ਜਿਹੜੀ ਰਿਕੁਐਸਟ ਹੈਗੀ ਸਟੂਡੈਂਟ ਇਸ ਤਰੀਕੇ ਦੇ ਨਾਲ ਆਪਾਂ ਕਰਾਂਗੇ। ਸੋ ਇਹ ਸੀਗਾ ਸਾਡਾ ਫਰਸਟ ਯੂਜ਼ ਪੋਲਾਈਟ ਰਿਕੁਐਸਟ, ਜਾਂ ਫਿਰ ਜਦੋਂ ਅਸੀਂ ਕਿਸੇ ਨੂੰ ਕੁਛ ਨਾ ਕੁਛ ਆਫਰ ਕਰਦੇ ਆ ਉਦੋਂ ਆਪਾਂ ਇਹਨੂੰ ਯੂਜ਼ ਕਰਦੇ ਆ। ਸੋ ਇਹਦਾ ਜਦੋਂ ਹੁਣ ਆਨਸਰ ਦੇਣਾ ਨਾ ਸਟੂਡੈਂਟ, ਇਹਦਾ ਆਨਸਰ ਸੇਮ ਫਿਰ ਕਦੋਂ ਦਿੱਤਾ ਜਾਂਦਾ, ਇਹਦਾ ਸੈਕੰਡ ਯੂਜ਼ ਆ ਜਾਊਗਾ ਇੱਥੇ ਡਿਜ਼ਾਇਰ, ਵਾਂਟ ਜਾਂ ਫਿਰ ਆਪਣੀ ਚੁਆਇਸ ਦੱਸਣ ਦੇ ਲਈ ਕਿ ਮੈਂ ਕੀ ਕਰਨਾ ਪਸੰਦ ਕਰਾਂਗਾ। ਉੱਥੇ ਫਿਰ ਸਾਡਾ ਸਟਰਕਚਰ ਲੱਗਦਾ ਆ ਵੁੱਡ ਲਾਈਕ ਜਾਂ ਫਿਰ ਵੁੱਡ ਲਾਈਕ ਟੂ ਵੀ ਹੋ ਸਕਦਾ। ਕਿਵੇਂ ਬਣਨਾ ਹੈ ਸੈਂਟੈਂਸ, ਡਿਜ਼ਾਇਰ, ਵਾਂਟ ਔਰ ਚੁਆਇਸ। ਜਿੱਦਾਂ ਆਪਾਂ ਕਹਿ ਦਈਏ ਵੁੱਡ ਲਾਈਕ ਟੂ ਹੈਵ ਅ ਕੱਪ ਆਫ ਕਾਫੀ। ਸੌਰੀ ਮੈਂ ਇੱਥੇ ਲਿਖਣਾ ਭੁੱਲ ਗਿਆ, ਇੱਥੇ ਸਾਡਾ ਸੈਂਟੈਂਸ ਵੀ ਜਿਹੜਾ ਸਬਜੈਕਟ ਲੱਗਣਾ ਸੀਗਾ। ਸੋ ਇਸ ਤਰੀਕੇ ਦੇ ਨਾਲ ਅਸੀਂ ਇੱਥੇ ਲਿਖਾਂਗੇ ਕਿ yes I would like to have a cup of coffee। ਮੀਨਸ ਕੀ ਆ ਕਿ ਅਗਰ ਤੁਹਾਨੂੰ ਕੋਈ ਕੁਐਸਚਨ ਪੁੱਛਿਆ ਗਿਆ ਕਿ what would you like to have, ਜਿਵੇਂ ਕਿ ਆਹੀ ਵਾਲਾ ਕੁਐਸਚਨ ਹੋਊਗਾ ਤੇ ਆਨਸਰ ਕੀ ਹੋਊਗਾ, I would like to have a cup of coffee। ਮੈਂ ਕਾਫੀ ਲੈਣਾ ਪਸੰਦ ਕਰਾਂਗਾ। ਸੋ ਇਟ ਮੀਨਸ ਕੀ ਆ ਕਿ ਜਦੋਂ ਤੁਹਾਨੂੰ ਕੋਈ ਰਿਕੁਐਸਟ ਕਰਦਾ I would like to have a pizza, I would like to have a burger। ਇਸ ਤਰੀਕੇ ਦੇ ਨਾਲ ਸਟੂਡੈਂਟਸ ਅਸੀਂ ਇਹਦਾ ਆਨਸਰ ਦੇ ਸਕਦੇ ਹਾਂ because these expressions are polite expressions। ਇੱਕ ਹੋਰ ਐਗਜ਼ਾਮਪਲ ਹੈਗੀ ਆ I would buy this pair of shoes। ਜਦੋਂ ਅਸੀਂ ਕਿਸੇ ਸ਼ੂਜ਼ ਦੇ ਉੱਤੇ ਮੰਨ ਲਓ ਸ਼ਾਪ ਦੇ ਉੱਤੇ ਜਾ ਰਹੇ ਹਾਂ ਤੇ ਕੋਈ ਚੀਜ਼ ਖਰੀਦਣਾ ਚਾਹੁੰਦੇ ਹਾਂ, so then we can say I would buy this pair of shoes। ਮੀਨਸ ਕਿ ਨੰਬਰ ਆਫ ਪੇਅਰ ਆਫ ਸ਼ੂਜ਼ ਦੇ ਵਿੱਚੋਂ ਮੈਂ ਇਹ ਜਿਹੜਾ ਪਸੰਦ ਕਰਾਂ, so that is my choice। ਸੋ ਸਟੂਡੈਂਟਸ ਇਹ ਸੀਗੇ ਬੇਸਿਕ ਦੋ ਯੂਜ਼ ਜਿਹੜੇ ਆਪਾਂ ਡੇਲੀ ਲਾਈਫ ਦੇ ਵਿੱਚ ਵੁੱਡ ਦੇ ਯੂਜ਼ ਕਰਦੇ ਹਾਂ। ਸੋ ਹੋਪ ਹੈ ਕਿ ਤੁਹਾਨੂੰ ਇਹ ਸਮਝ ਲੱਗਿਆ ਹੋਊਗਾ। ਐਂਡ ਹੁਣ ਆਪਾਂ ਦੇਖਦੇ ਹਾਂ ਨੈਕਸਟ ਯੂਜ਼। many of the times we have to give opinions especially in the IELTS speaking section। ਆਇਲਸ ਦੇ ਸਪੀਕਿੰਗ ਸੈਕਸ਼ਨ ਦੇ ਵਿੱਚ ਸਾਨੂੰ ਹਮੇਸ਼ਾ ਸਾਡੇ ਓਪੀਨੀਅਨਸ ਤੇ ਪੁੱਛਿਆ ਜਾ ਸਕਦਾ ਕਿ what do you think about the society, what do you think about using mobile phones in classrooms। so in these kind of situations ਜਿਹੜਾ ਸਾਨੂੰ ਹਮੇਸ਼ਾ ਆਪਣੇ ਪਰਸਨਲ ਓਪੀਨੀਅਨ ਦੇਣੇ ਹੁੰਦੇ ਆ। ਸੋ ਪਰਸਨਲ ਓਪੀਨੀਅਨ ਦੇਣ ਦੇ ਲਈ ਵੀ ਵੁੱਡ ਨੂੰ ਯੂਜ਼ ਕੀਤਾ ਜਾ ਸਕਦਾ ਆ। ਕਿਵੇਂ ਯੂਜ਼ ਕਰਾਂਗੇ, ਫਸਟ ਮੈਂ ਇੱਕ ਕੁਐਸਚਨ ਲਿਖਿਆ, ਕੁਐਸਚਨ ਦਾ ਆਨਸਰ ਦੇਵਾਂਗੇ। ਸੋ ਫਿਰ ਦੇਖਦੇ ਆਪਾਂ। ਸੋ ਜਿਵੇਂ ਇੱਕ ਕੁਐਸਚਨ ਲਿਖਿਆ ਹੋਇਆ ਸਟੂਡੈਂਟਸ, how do you think your teacher would react if you do not complete your work। ਕੁਐਸਚਨ ਇਹ ਪੁੱਛਿਆ ਗਿਆ ਕਿ ਤੁਹਾਨੂੰ ਕਿਵੇਂ ਲੱਗਦਾ, ਤੁਸੀਂ ਕੀ ਸੋਚਦੇ ਹੋ। ਮੀਨਸ ਕਿ ਤੁਹਾਡਾ ਆਪਣਾ ਓਪੀਨੀਅਨ ਪੁੱਛਿਆ ਜਾ ਰਿਹਾ ਕਿ ਤੁਸੀਂ ਕੀ ਸੋਚਦੇ ਹੋ ਕਿ ਤੁਹਾਡਾ ਜਿਹੜਾ ਟੀਚਰ ਆ ਉਹ ਰਿਐਕਟ ਕਿਵੇਂ ਕਰੇਗਾ ਜੇਕਰ ਤੁਸੀਂ ਆਪਣਾ ਕੰਮ ਕੰਪਲੀਟ ਨਹੀਂ ਕਰਦੇ। ਸੋ ਦੈਨ I can answer that I would say he will be angry। ਮੈਨੂੰ ਇਹ ਲੱਗਦਾ ਆ ਕਿ ਉਹ ਐਂਗਰੀ ਹੋਵੇਗਾ। ਸੋ ਇਹ ਇੱਕ ਮੇਰਾ ਪਰਸਨਲ ਓਪੀਨੀਅਨ ਆ। ਹੋ ਸਕਦਾ ਕਿ ਉਹ ਐਂਗਰੀ ਨਾ ਹੋਵੇ, ਬਟ ਟੂ ਸੇ that it's my opinion we can use would here for opinion। next sentence ਮੈਂ ਕੁਝ ਸੈਂਟੈਂਸ ਹੋਰ ਲਿਖੇ ਆ। I would say society will not accept cohabitation before marriage। ਮੈਨੂੰ ਲੱਗਦਾ ਆ ਕਿ society ਜਿਹੜੀ ਆ ਉਹ cohabitation ਨੂੰ accept ਨਹੀਂ ਕਰੂਗੀ ਮੈਰਿਜ ਤੋਂ ਪਹਿਲਾਂ। ਮੀਨਸ ਕੀ ਆ ਕਿ before marriage a boy and girl will not be allowed to live together। so that is called the cohabitation। cohabitation means ਕਿ ਸੋ ਇੱਥੇ ਮੈਂ ਆਪਣਾ opinion ਰੱਖ ਰਿਹਾ ਕਿ ਮੈਨੂੰ ਇਸ ਤਰੀਕੇ ਨਾਲ ਲੱਗਦਾ ਆ ਕਿ ਜਿਹੜੀ society ਆ ਉਹ ਮੈਰਿਜ ਤੋਂ ਪਹਿਲਾਂ boys and girls ਦਾ ਇਕੱਠਿਆਂ ਰਹਿਣਾ accept ਨਹੀਂ ਕਰੇਗੀ। so that is my personal opinion। and the last one is I would say it is not good to use phone in classroom। let me take an example। ਅਗਰ ਮੈਨੂੰ question ਪੁੱਛਿਆ ਜਾਵੇ do you think children should be allowed to use mobile phones in classrooms। so then ਮੇਰਾ opinion ਪੁੱਛਿਆ ਜਾ ਰਿਹਾ ਕਿ what do you think।
I would say it is not good to use phone in classrooms. So ਮੈਨੂੰ ਲੱਗਦਾ ਹੈ ਕਿ ਕਲਾਸਰੂਮ ਦੇ ਵਿੱਚ ਫੋਨ ਯੂਜ਼ ਕਰਨਾ ਨਹੀਂ ਚਾਹੀਦਾ। ਹਾਲਾਂਕਿ ਇਹ ਵਾਲੇ ਕੁਐਸਚਨ ਦਾ ਆਨਸਰ ਅਸੀਂ should ਨਾਲ ਵੀ ਦੇ ਸਕਦੇ ਹਾਂ ਕਿ we should not use mobile phone in classrooms, but sometimes we have to just give opinions, so we can use would again there. So students, it was another use of would। ਤੇ ਹੁਣ ਅਸੀਂ ਦੇਖਾਂਗੇ ਕਿ would ਨੂੰ ਹੋਰ ਕਿਹੜੀਆਂ ਸਿਚੁਏਸ਼ਨ ਦੇ ਵਿੱਚ ਪਾਸਟ ਲਈ ਕਿਵੇਂ ਯੂਜ਼ ਕਰਨਾ। ਸਟੂਡੈਂਟਸ ਹੁਣ ਦੇਖਦੇ ਆ ਆਪਾਂ ਸਭ ਤੋਂ ਇੰਪੋਰਟੈਂਟ ਯੂਜ਼ ਜਿਹੜਾ ਪਾਸਟ ਦੇ ਵਿੱਚ ਹੈਗਾ ਆ, ਔਰ ਅਕਸਰ ਸਟੂਡੈਂਟ ਇਹਦੇ ਵਿੱਚ ਗਲਤੀ ਕਰਦੇ ਆ, ਔਰ ਇਹ ਸੈਂਟੈਂਸ ਬਣਾਉਣ ਲੱਗੇ ਬਹੁਤ ਸਾਰੇ ਸਟੂਡੈਂਟਸ ਪਾਸਟ ਇੰਡੈਫੀਨਿਟ ਟੈਂਸ ਯੂਜ਼ ਕਰ ਲੈਂਦੇ ਆ। ਕਿਹੜਾ ਟੈਂਸ ਆ ਇਹ, ਕਿਹੜੀ ਸਿਚੁਏਸ਼ਨ ਹੈ ਜਦੋਂ ਆਪਾਂ would ਨੂੰ ਪਾਸਟ ਦੇ ਵਿੱਚ ਯੂਜ਼ ਕਰਨਾ। ਸਟੂਡੈਂਟਸ ਇੱਥੇ ਜਿਹੜਾ ਹੈਗਾ ਆ ਆਪਾਂ ਇਹਨੂੰ ਯੂਜ਼ ਕਰਾਂਗੇ ਫॉर ਹੈਬਿਚੁਅਲ ਐਕਸ਼ਨਸ ਔਰ ਰਿਪੀਟਡ ਐਕਸ਼ਨਸ ਇਨ ਪਾਸਟ। ਮੀਨਸ ਕਿਹਾ ਕਿ ਪਾਸਟ ਦੇ ਵਿੱਚ ਅਸੀਂ ਕੁਝ ਐਕਸ਼ਨ ਕਰਦੇ ਹੁੰਦੇ ਸੀਗੇ, ਬਟ ਹੁਣ ਉਹ ਐਕਸ਼ਨ ਜਿਹੜੇ ਆ ਨਹੀਂ ਹੋ ਰਹੇ ਹੈਗੇ। ਮੀਨਸ ਕਿ ਐਕਸ਼ਨਸ ਦੈਟ ਆਰ ਨੋ ਲੋਂਗਰ ਟਰੂ ਐਟ ਪ੍ਰੈਜ਼ੈਂਟ। ਅੱਜ ਦੇ ਸਮੇਂ 'ਚ ਉਹ ਕੰਮ ਆਪਾਂ ਨਹੀਂ ਕਰਦੇ, ਬਟ ਜਦੋਂ ਆਪਾਂ ਪਾਸਟ ਦੇ ਵਿੱਚ ਸੀਗੇ ਉਦੋਂ ਵਾਲੇ ਐਕਸ਼ਨ ਆਪਾਂ ਰਿਪੀਟਡਲੀ ਕਰਦੇ ਹੁੰਦੇ ਸੀਗੇ। ਸੇਮ ਤਰੀਕੇ ਨਾਲ ਜਿਵੇਂ ਆਪਾਂ ਯੂਜ਼ ਟੂ ਨੂੰ ਯੂਜ਼ ਕਰਦੇ ਆ, ਉਸੇ ਤਰੀਕੇ ਦੇ ਨਾਲ ਹੀ ਅਸੀਂ ਇੱਥੇ would ਨੂੰ ਯੂਜ਼ ਕਰਾਂਗੇ ਇਨਸਟੈਡ ਆਫ ਯੂਜ਼ ਟੂ। ਪਹਿਲਾਂ ਆਪਾਂ ਐਗਜ਼ਾਮਪਲ ਸਮਝ ਲਈਏ ਨਾਰਮਲੀ ਲਾਈਫ ਦੇ ਵਿੱਚ ਕਿ ਕਈ ਵਾਰੀ ਸਾਨੂੰ ਪੁੱਛਿਆ ਜਾਂਦਾ ਕਿ ਹਾਊ ਡਿਡ ਯੂ ਸਪੈਂਡ ਜਾਂ ਹਾਊ ਡਿਡ ਯੂ ਯੂਜ਼ ਟੂ ਸਪੈਂਡ ਯੂਅਰ ਫ੍ਰੀ ਟਾਈਮ ਡਿਊਰਿੰਗ ਯੂਅਰ ਚਾਈਲਡਹੁੱਡ, ਕਿ ਤੁਸੀਂ ਆਪਣੇ ਬਚਪਨ ਦੇ ਵਿੱਚ ਆਪਣਾ ਫ੍ਰੀ ਟਾਈਮ ਕਿਵੇਂ ਸਪੈਂਡ ਕਰਦੇ ਹੁੰਦੇ ਸੀਗੇ। ਸੋ ਹੁਣ ਉਸ ਸਿਚੁਏਸ਼ਨ ਦੇ ਵਿੱਚ ਮੈਂ ਇਹ ਕਹਿਣਾ ਕਿ ਮੈਂ ਆਪਣੇ ਫ੍ਰੀ ਟਾਈਮ ਦੇ ਵਿੱਚ ਬੱਚਿਆਂ ਨਾਲ ਖੇਡਣਾ ਪਸੰਦ ਕਰਦਾ ਹੁੰਦਾ ਸੀਗਾ, ਬਟ ਹੁਣ ਤਾਂ ਮੈਂ ਬੱਚਿਆਂ ਨਾਲ ਨਹੀਂ ਖੇਡਦਾ ਹੈਗਾ। ਸੋ ਇਟ ਵਾਸ ਮਾਈ ਹੈਬਿਚੁਅਲ ਐਕਸ਼ਨ। ਮੀਨਸ ਕਿ ਜਦੋਂ ਵੀ ਮੈਨੂੰ ਫ੍ਰੀ ਟਾਈਮ ਮਿਲਦਾ ਹੁੰਦਾ ਸੀਗਾ ਮੇਰੀ ਆਦਤ ਹੁੰਦੀ ਸੀਗੀ ਕਿ ਮੈਂ ਖੇਡਣਾ ਪਸੰਦ ਕਰਦਾ ਸੀਗਾ। ਜਾਂ ਫਿਰ ਹੋਰ ਕੁਐਸਚਨ ਪੁੱਛ ਲੈ ਕਿ ਹਾਊ ਡਿਡ ਯੂ ਸਪੈਂਡ ਯੂਅਰ ਰਿਸੈਸ ਟਾਈਮ ਵੈਨ ਯੂ ਵਰ ਇਨ ਸਕੂਲ, ਜਦੋਂ ਤੁਸੀਂ ਸਕੂਲ ਦੇ ਵਿੱਚ ਸੀ ਤੁਸੀਂ ਆਪਣੀ ਰਿਸੈਸ ਦੌਰਾਨ ਕੀ ਕਰਦੇ ਹੁੰਦੇ ਸੀਗੇ। ਸੋ ਹੁਣ ਤਾਂ ਮੈਂ ਸਕੂਲ ਦੇ ਵਿੱਚ ਨਹੀਂ ਹੈਗਾ, ਨਾ ਹੁਣ ਮੈਂ ਰਿਸੈਸ ਦੇ ਦੌਰਾਨ ਕੁਝ ਕਰਦਾ, ਬਟ ਐਟ ਦੈਟ ਟਾਈਮ ਅਸੀਂ ਕੁਝ ਨਾ ਕੁਝ ਕਰਦੇ ਹੁੰਦੇ ਸੀਗੇ ਆਪਣੀ ਰਿਸੈਸ ਦੇ ਦੌਰਾਨ। ਸੋ ਇਸ ਤਰ੍ਹਾਂ ਦੇ ਐਕਸ਼ਨ ਜਦੋਂ ਅਸੀਂ ਇਹ ਕਹਿਣਾ ਹੁੰਦਾ ਕਿ ਅਸੀਂ ਕਰਦੇ ਹੁੰਦੇ ਸੀ ਜਾਂ ਕੋਈ ਇਸ ਤਰੀਕੇ ਨਾਲ ਕਰਦਾ ਹੁੰਦਾ ਸੀਗਾ, ਉਹਦੇ ਰਿਪੀਟਡ ਐਕਸ਼ਨ ਜਿਹੜੇ ਪਾਸਟ ਦੇ ਵਿੱਚ ਹੁੰਦੇ ਸੀ ਬਟ ਹੁਣ ਨਹੀਂ ਹੁੰਦੇ, then we have to use would again here. Sentence structure same ਰਹੂਗਾ। So let's have a look at the examples. So example is there, you can see whenever I got holidays during my school time I would visit my grandparents in my native village. So ਕੀ meaning ਹੋਇਆ students ਕਿ ਜਦੋਂ ਵੀ ਮੈਨੂੰ, ਦੇਖੋ ਇੱਥੇ ਮੈਂ past use ਕੀਤਾ, context ਕੀ ਹੈਗਾ ਕਿ ਗੱਲ past ਦੀ ਹੋ ਰਹੀ ਹੈ, ਕਿ ਜਦੋਂ ਵੀ ਮੈਨੂੰ ਸਕੂਲ ਟਾਈਮ ਦੇ ਦੌਰਾਨ ਛੁੱਟੀਆਂ ਮਿਲਦੀਆਂ ਹੁੰਦੀਆਂ ਸੀਗੀਆਂ I would visit my grandparents in my native village। ਤੇ ਮੈਂ ਕੀ ਕਰਦਾ ਹੁੰਦਾ ਸੀਗਾ, ਮੈਂ ਆਪਣੇ grandparents ਦੇ ਕੋਲ ਜਾਂਦਾ ਹੁੰਦਾ ਸੀਗਾ ਆਪਣੇ native village ਦੇ ਵਿੱਚ। ਸੋ ਇਟ ਮੀਨਸ ਕਿਹਾ ਕਿ ਉਸ ਸਮੇਂ ਮੇਰਾ ਇਹ ਐਕਸ਼ਨਸ ਰਿਪੀਟ ਹੁੰਦਾ ਸੀਗਾ ਜਦੋਂ ਕਦੇ ਵੀ ਮੈਨੂੰ ਹੌਲੀਡੇ ਸਕੂਲ ਦੇ ਵਿੱਚ ਜਾਂ ਵੈਕੇਸ਼ਨਸ ਹੁੰਦੀਆਂ ਸੀਗੀਆਂ। ਉਸ ਤੋਂ ਬਾਅਦ they would buy me chocolates every days, ਜਾਂ ਫਿਰ they would used to buy me, they used to buy me chocolates every day। ਇਹਦਾ ਮਤਲਬ ਕੀ ਹੋ ਗਿਆ ਕਿ ਉਹ ਮੈਨੂੰ ਹਰ ਦਿਨ ਚਾਕਲੇਟਸ ਲੈ ਕੇ ਦਿੰਦੇ ਹੁੰਦੇ ਸੀ। ਇਟ ਮੀਨਸ ਕਿਹਾ ਕਿ ਹੁਣ ਇਹ ਚੀਜ਼ ਟਰੂ ਨਹੀਂ ਹੈਗੀ, ਬਟ ਉਸ ਟਾਈਮ ਦੇ ਵਿੱਚ ਇਹ ਚੀਜ਼ ਟਰੂ ਸੀਗੀ। ਸੋ ਹੋਪ ਹੈ ਕਿ ਤੁਹਾਨੂੰ ਸਮਝ ਲੱਗ ਰਹੀ ਹੋਊਗੀ। ਨੈਕਸਟ ਸੈਂਟੈਂਸ ਫਿਰ ਅਗੇਨ ਦੇਖ ਸਕਦੇ ਹੋ ਤੁਸੀਂ, I would fly kites after my school in my childhood। ਆਪਣੇ ਸਕੂਲ ਟਾਈਮ ਦੇ, ਸੋ ਕੀ ਕਹਿ ਰਿਹਾ ਕਿ ਆਪਣੇ ਬਚਪਨ ਦੇ ਵਿੱਚ ਮੈਂ ਆਪਣੇ ਸਕੂਲ ਟਾਈਮ ਤੋਂ ਬਾਅਦ ਕੀ ਕਰਦਾ ਹੁੰਦਾ ਸੀ। What was my habit? ਮੇਰੀ ਹੈਬਿਟ ਸੀਗੀ ਮੈਂ ਆਪਣੇ ਸਕੂਲ ਤੋਂ ਬਾਅਦ ਪਤੰਗ ਉਡਾਉਂਦਾ ਹੁੰਦਾ ਸੀ। ਸੋ ਜਦੋਂ ਤੁਸੀਂ ਪਾਸਟ ਦੇ ਵਿੱਚ ਇਹ ਕਹਿਣਾ ਚਾਹੁੰਦੇ ਕਿ ਮੈਂ ਇਸ ਤਰੀਕੇ ਨਾਲ ਕਰਦਾ ਹੁੰਦਾ ਸੀਗਾ, then we have to use would and we also can use used to। used to ਦੇ ਉੱਤੇ ਤੁਸੀਂ ਅਲੱਗ ਵੀਡੀਓ ਮੇਰੀ ਦੇਖ ਸਕਦੇ ਹੋ, ਮੈਂ ਆਲਰੇਡੀ ਕੀਤੀ ਹੋਈ ਆ। ਸੋ ਇਹ ਸੀਗਾ ਇੱਕ ਹੋਰ ਯੂਜ਼। ਲਾਸਟ ਸੈਂਟੈਂਸ ਇੱਕ ਹੋਰ ਹੈਗਾ, many children would play during recess when I was in school। ਜਦੋਂ ਮੈਂ ਸਕੂਲ ਵਿੱਚ ਸੀ ਬਹੁਤ ਸਾਰੇ ਬੱਚੇ ਰਿਸੈਸ ਦੇ ਦੌਰਾਨ ਖੇਡਦੇ ਹੁੰਦੇ ਸੀ। ਸੋ ਇਟ ਮੀਨਸ ਕਿ ਤੁਸੀਂ ਪਾਸਟ ਦੇ ਵਿੱਚ ਰਿਪੀਟਡ ਐਕਸ਼ਨ ਦੱਸ ਰਹੇ ਆ ਕਿ ਹਰ ਰਿਸੈਸ ਦੇ ਦੌਰਾਨ ਜਦੋਂ ਵੀ ਰਿਸੈਸ ਹੁੰਦੀ ਸੀ ਸਟੂਡੈਂਟਸ ਕੀ ਕਰਦੇ ਹੁੰਦੇ ਸੀਗੇ, ਸਟੂਡੈਂਟਸ ਜਿਹੜੇ ਆ ਖੇਡਦੇ ਹੁੰਦੇ ਸੀ। ਸੋ ਸਟੂਡੈਂਟਸ ਹੋਪ ਹੈ ਕਿ ਤੁਹਾਨੂੰ ਇਹ ਵਾਲਾ ਜਿਹੜਾ ਯੂਜ਼ ਆ, ਇੰਪੋਰਟੈਂਟ ਯੂਜ਼ ਆ, ਸਮਝ ਲੱਗਿਆ ਹੋਊਗਾ, ਬਿਕੋਜ਼ ਇਹ ਇੱਕ ਇੰਪੋਰਟੈਂਟ ਯੂਜ਼ ਆ ਸਟੂਡੈਂਟਸ। ਆਇਲਸ ਦੀ ਸਪੀਕਿੰਗ ਦੇ ਵਿੱਚ ਜਦੋਂ ਵੀ ਤੁਹਾਨੂੰ ਪਾਸਟ ਦੇ ਵਿੱਚ ਕੁਐਸਚਨ ਪੁੱਛਿਆ ਜਾਊਗਾ ਇਹਦੇ ਵਿੱਚ ਆਨਸਰ ਦਿੱਤਾ ਜਾਂਦਾ। ਹਾਂ, ਪਾਸਟ ਇੰਡੈਫੀਨਿਟ ਵੀ ਯੂਜ਼ ਹੁੰਦਾ, ਬਟ ਪਾਸਟ ਇੰਡੈਫੀਨਿਟ ਦੇ ਉੱਤੇ ਮੈਂ ਇੱਕ ਅਲੱਗ ਵੀਡੀਓ ਕਰੂੰਗਾ ਤੇ ਉੱਥੇ ਆਪਾਂ ਕੰਪੇਅਰ ਕਰਾਂਗੇ ਕਿ would ਨੂੰ ਜਾਂ ਫਿਰ ਪਾਸਟ ਇੰਡੈਫੀਨਿਟ ਇਕੱਲੇ ਨੂੰ ਕਦੋਂ ਆਪਾਂ ਯੂਜ਼ ਕਰਨਾ ਹੈਗਾ। ਸੋ ਬੇਸਿਕਲੀ ਇਹ ਜਸਟ ਹੈਗਾ ਸਾਡਾ ਹੈਬਿਚੁਅਲ ਐਕਸ਼ਨ ਜਾਂ ਫਿਰ ਰਿਪੀਟਡ ਐਕਸ਼ਨ ਜਿਹੜੇ ਰੈਗੂਲਰਲੀ ਹੁੰਦੇ ਸੀਗੇ ਪਾਸਟ ਦੇ ਵਿੱਚ। ਸੋ ਇਹ ਹੈ ਇੱਕ ਯੂਜ਼ ਦਾ। ਦੂਸਰਾ ਯੂਜ਼ ਦੇਖਦੇ ਹਾਂ ਆਪਾਂ would ਦਾ। ਇੱਥੇ ਆਪਾਂ ਦੋ ਸਿਚੁਏਸ਼ਨਸ ਦੇ ਵਿੱਚ would ਨੂੰ ਯੂਜ਼ ਕਰਾਂਗੇ। ਨੰਬਰ ਫਸਟ ਸਾਡੇ ਕੋਲ ਕੰਡੀਸ਼ਨਲ, ਅਗਰ ਤੁਸੀਂ ਇਫ ਕੰਡੀਸ਼ਨਲ ਤੁਹਾਨੂੰ ਆਉਂਦੇ ਤਾਂ ਉੱਥੇ ਦਾ ਯੂਜ਼ ਹੁੰਦਾ। ਇਫ ਕੰਡੀਸ਼ਨਲ ਦੇ ਉੱਤੇ ਮੈਂ ਇੱਕ ਅਲੱਗ ਵੀਡੀਓ ਵੀ ਕੀਤੀ ਹੋਈ ਹੈ ਸਟੂਡੈਂਟ, ਇਹਨੂੰ ਵੀ ਜਾ ਕੇ ਜਰੂਰ ਦੇਖਿਓ। ਕੰਪਲੈਕਸ ਸੈਂਟੈਂਸ ਆ ਆਇਲਸ ਦੀ ਰਾਈਟਿੰਗ 'ਚ,
ਤੁਹਾਡੇ ਲਈ ਕੰਮ ਆਉਣਗੇ। ਸੋ ਉੱਥੇ ਵੀ ਆਪਾਂ ਇਹ ਵਾਲਾ ਯੂਜ਼ ਕੀਤਾ ਹੋਇਆ। ਫਿਲਹਾਲ ਇੱਥੇ ਆਪਾਂ ਦੇਖਾਂਗੇ ਕਿ would ਨੂੰ ਕਦੋਂ ਯੂਜ਼ ਕਰਦੇ ਆ। ਕੰਡੀਸ਼ਨਲ ਸੈਂਟੈਂਸਸ ਇਹ ਜੋ ਸੈਕੰਡ ਕੰਡੀਸ਼ਨਲ ਕਿਹਾ ਜਾਂਦਾ ਆ, ਇਟ ਇਜ਼ ਹਾਈਪੋਥੈਟੀਕਲ। ਹਾਈਪੋਥੈਟੀਕਲ ਮੀਨਸ ਕੀ ਹੈ ਕਿ ਇੱਥੇ ਇਹ ਜਿਹੜੀ ਗੱਲ ਆ ਇਹ ਟਰੂ ਨਹੀਂ ਹੈਗੀ, ਜਸਟ ਆਪਾਂ ਸਿਰਫ ਇਮੇਜਿਨ ਕਰਦੇ ਪਿਆ ਕਿ ਜੇਕਰ ਇਦਾਂ ਹੁੰਦੀ ਤਾਂ ਇਦਾਂ ਹੋ ਜਾਂਦੀ, ਜਦ ਕਿ ਨਾ ਉਹਦੀ ਹੋਣ ਦੀ ਕੋਈ ਪੋਸਿਬਿਲਿਟੀ ਆ। ਅਸੀਂ ਵਿਹਲੇ ਜਿਹਨੂੰ ਕਹਿ ਦਿੰਦੇ ਆ ਕਿ ਸਿੱਧਾ ਸਿੱਧਾ ਵਿਹਲੇ ਬੈਠ ਕੇ ਜਿਹੜਾ ਹੈਗਾ ਬਿਨਾ ਮਤਲਬ ਤੋਂ ਅਸੀਂ ਹਵਾ 'ਚ ਉਡਾਈ ਜਾਣੀਆਂ ਕਿ ਜੇਕਰ ਇਦਾਂ ਹੋ ਜਾਂਦੀ ਤਾਂ ਇਦਾਂ ਹੋ ਜਾਂਦੀ, ਨਾ ਆਪਾਂ ਉਹਦੇ ਲਈ ਕੋਈ ਐਫਰਟ ਕਰਦੇ, ਨਾ ਉਹਦਾ ਕੋਈ ਚਾਂਸ ਆ ਹੋਣ ਦਾ। ਸੋ ਇਸ ਤਰੀਕੇ ਦੇ ਨਾਲ ਆਪਾਂ ਹਾਈਪੋਥੈਟੀਕਲ ਕੰਡੀਸ਼ਨਸ ਦੇ ਵਿੱਚ ਵੀ would ਨੂੰ ਯੂਜ਼ ਕਰਦੇ ਆ ਪਾਸਟ ਟੈਂਸ ਦੇ ਵਿੱਚ। ਕਿਵੇਂ ਯੂਜ਼ ਕਰਾਂਗੇ? ਇਫ ਆਈ ਹੈਡ ਮਨੀ, ਅਗਰ ਮੇਰੇ ਕੋਲ ਪੈਸੇ ਹੁੰਦੇ, I would buy a new car। ਹੁਣ ਹਾਈਪੋਥੈਟੀਕਲ ਇਹਦੇ ਵਿੱਚ ਕੀ ਹੈਗਾ ਸਟੂਡੈਂਟਸ? ਇਹਦਾ ਮਤਲਬ ਇਹ ਹੈਗਾ ਕਿ ਨਾ ਮੇਰੇ ਕੋਲ ਪੈਸੇ ਸੀਗੇ, ਨਾ ਮੈਂ ਕੋਈ ਕੰਮ ਕਰ ਰਿਹਾ ਕਿ ਮੇਰੇ ਕੋਲ ਪੈਸੇ ਹੋਣ। ਵਿਹਲੇ ਬੈਠੇ ਅਸੀਂ ਸੋਚ ਰਹੇ ਹਾਂ ਕਿ if I had money, ਅਗਰ ਮੇਰੇ ਕੋਲ ਵੀ ਪੈਸੇ ਹੁੰਦੇ, I would buy a new car। ਸੋ ਇਸ ਤਰ੍ਹਾਂ ਦੀ ਕੰਡੀਸ਼ਨਸ ਦੇ ਵਿੱਚ ਵੀ ਆਪਾਂ would ਨੂੰ ਯੂਜ਼ ਕੀਤਾ ਜਾਂਦਾ। ਜਿਹੜੀਆਂ ਕੰਡੀਸ਼ਨਸ ਟਰੂ ਨਹੀਂ ਹੁੰਦੀਆਂ, ਅਨਟਰੂ ਹੁੰਦੀਆਂ, ਸਿਰਫ ਤੇ ਸਿਰਫ ਹਾਈਪੋਥੇਸਿਸ, ਅੰਦਾਜ਼ੇ ਲਗਾਏ ਜਾਂਦੇ ਕਿ ਜੇਕਰ ਇਦਾਂ ਹੋ ਜਾਂਦੀ ਤਾਂ ਇਦਾਂ ਕਰ ਲੈਂਦੇ ਆਪਾਂ। ਨੰਬਰ ਸੈਕੰਡ, if you worked hard you would clear this exam। ਜੇਕਰ ਤੂੰ ਸਖਤ ਮਿਹਨਤ ਕਰਦਾ ਤੇ ਤੂੰ ਇਹ ਐਗਜ਼ਾਮ ਜਿਹੜਾ ਕਲੀਅਰ ਕਰ ਲੈਣਾ। ਸੋ ਨਾ ਤਾਂ ਮੈਂ ਐਗਜ਼ਾਮ ਦਿੱਤਾ ਕੋਈ, ਨਾ ਮੈਂ ਕਿਸੇ ਐਗਜ਼ਾਮ ਦੇ ਬਾਰੇ ਕਦੀ ਤਿਆਰੀ ਕੀਤੀ ਆ, ਵੈਸੇ ਹੀ ਸੋਚ ਰਿਹਾ ਕਿ ਜੇਕਰ ਮੈਂ ਇਹਦੇ ਲਈ ਸਖਤ ਮਿਹਨਤ ਕਰ ਲਵਾਂ ਤਾਂ ਸ਼ਾਇਦ ਮੈਂ ਕਲੀਅਰ ਕਰ ਲਵਾਂ। ਸੋ ਬਟ ਪੋਸਿਬਿਲਿਟੀ ਕੋਈ ਵੀ ਨਹੀਂ ਹੈਗੀ। ਇਟ ਇਜ਼ ਜਸਟ ਐਨ ਇਮੇਜਿਨਡ ਸਿਚੁਏਸ਼ਨ, ਇੱਕ ਸੋਚੀ ਗਈ ਸਿਚੁਏਸ਼ਨ ਆ, ਇਹ ਟਰੂ ਨਹੀਂ ਹੋ ਸਕਦਾ। ਇਸ ਸਿਚੁਏਸ਼ਨ ਦੇ ਵਿੱਚ ਸਟੂਡੈਂਟਸ ਕੰਡੀਸ਼ਨਲ ਦੇ ਨਾਲ ਪਾਸਟ ਇੰਡੈਫਿਨਿਟ ਟੈਂਸ ਯੂਜ਼ ਕੀਤਾ ਜਾਂਦਾ ਐਂਡ ਦੈਨ ਵੀ ਹੈਵ ਟੂ ਯੂਜ਼ ਦ ਸਬਜੈਕਟ ਪਲੱਸ would ਪਲੱਸ V1। ਅਸੀਂ ਪਰ ਉਹਦੀ ਫਸਟ ਫਾਰਮ ਨੂੰ ਯੂਜ਼ ਕਰਨਾ। ਸੇਮ ਇਸੇ ਹੀ ਤਰੀਕੇ ਦੇ ਨਾਲ would ਨੂੰ ਯੂਜ਼ ਕੀਤਾ ਜਾਂਦਾ ਆਪਣੀ ਵਿਸ਼ ਦੱਸਣ ਦੇ ਲਈ। ਵਿਸ਼ ਮੀਨਸ ਕਿ ਕਈ ਵਾਰੀ ਤੁਸੀਂ ਕਹਿੰਦੇ ਆ ਕਿ ਜੇਕਰ ਮੇਰੇ ਖੰਭ ਹੁੰਦੇ ਤਾਂ ਮੈਂ ਵੀ ਅਸਮਾਨ ਦੇ ਵਿੱਚ ਉੱਡ ਜਾਂਦਾ, ਜੇਕਰ ਮੇਰੇ ਖੰਭ ਹੁੰਦੇ ਮੈਂ ਤੇਰੇ ਕੋਲ ਉੱਡ ਕੇ ਆ ਜਾਂਦਾ, ਜੇਕਰ ਮੈਂ ਇਦਾਂ ਕਰ ਲੈਣਾ ਤੇ ਇਸ ਤਰੀਕੇ ਨਾਲ ਹੋ ਜਾਂਦੀ। ਸਾਡੀ ਵਿਸ਼ ਕਿ ਅਸੀਂ ਸੋਚਦੇ ਹਾਂ ਕਿ ਕਾਸ਼ ਕਿਤੇ ਇਦਾਂ ਹੋ ਜਾਂਦਾ। ਸੋ ਜਦੋਂ ਤੁਹਾਡੇ ਮਾਈਂਡ ਦੇ ਵਿੱਚ ਕਾਸ਼ ਵਾਲੀ ਗੱਲ ਆਉਂਦੀ ਆ, then again we have to use would। so let's take an example। ਸਟੂਡੈਂਟਸ ਇਸ ਸੈਂਟੈਂਸ ਦੇ ਵਿੱਚ ਜਿਵੇਂ ਲਿਖਿਆ ਹੋਇਆ ਕਿ if I were you I would beat him। ਇਟ ਮੀਨਸ ਕੀ ਆ ਕਿ ਮੈਂ ਕਿਸੇ ਦੀ ਸਿਚੁਏਸ਼ਨ ਤੇ ਹੋਣ ਦੀ ਗੱਲ ਕਰਦਾ ਪਿਆ ਕਿ ਕਾਸ਼ ਇਦਾਂ ਹੁੰਦੀ ਕਿ ਜੇਕਰ ਮੈਂ ਤੇਰੀ ਜਗ੍ਹਾ ਹੁੰਦਾ ਮੈਂ ਉਸ ਨੂੰ ਕੁੱਟ ਦਿੰਦਾ। ਠੀਕ ਹੈ ਜੀ। ਸੋ ਇੱਥੇ ਕੀ ਆਪਾਂ ਕਰਦੇ ਪਏ, ਇੱਕ ਵਿਸ਼ ਕਰਦੇ ਪਏ ਕਿ ਕਾਸ਼ ਇਦਾਂ ਹੋ ਜਾਂਦੀ। ਸੋ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਯੂਜ਼ ਕਰਾਂਗੇ। ਡੈਫੀਨਿਟਲੀ ਯੂ ਵੁੱਡ ਸੇ ਦੈਟ ਕਿ ਆਈ ਦੇ ਨਾਲ ਤਾਂ ਵਾਸ ਯੂਜ਼ ਹੁੰਦਾ, ਵਰ ਕਿਦਾਂ ਯੂਜ਼ ਕੀਤਾ ਗਿਆ। ਸੋ ਸਟੂਡੈਂਟ ਜਦੋਂ ਵੀ ਆਪਾਂ ਵਿਸ਼ ਦੇ ਲਈ ਯੂਜ਼ ਕਰਨਾ ਹੈਗਾ would ਨੂੰ, ਦੈਨ ਇੱਥੇ ਆਈ ਦੇ ਨਾਲ ਵਰ ਹੀ ਲੱਗਣਾ ਆ ਔਰ ਵਰ ਨੂੰ ਹੀ ਯੂਜ਼ ਕੀਤਾ ਜਾਣਾ, ਇਹ ਯਾਦ ਰੱਖਣਾ ਹੈਗਾ। ਸੋ ਇਫ ਆਈ ਵਰ ਯੂ ਆਈ ਵੁੱਡ ਬੀਟ ਹਿਮ। ਜੇਕਰ ਤੇਰੀ ਜਗ੍ਹਾ ਮੈਂ ਹੁੰਦਾ ਮੈਂ ਉਸ ਨੂੰ ਕੁੱਟਦਾ। ਦੂਸਰਾ ਸੈਂਟੈਂਸ, ਇਫ ਆਈ ਵਰ ਅ ਬਰਡ ਆਈ ਵੁੱਡ ਫਲਾਈ ਇਨਟੂ ਦ ਸਕਾਈ। ਜੇਕਰ ਮੈਂ ਇੱਕ ਪੰਛੀ ਹੁੰਦਾ I would fly into the sky, ਮੈਂ ਅਸਮਾਨ ਦੇ ਵਿੱਚ ਉੱਡਦਾ। ਹੁਣ ਤੁਸੀਂ ਦੱਸੋ ਕਿ ਪੰਛੀ ਕਦੀ ਹੋਇਆ ਜਾ ਸਕਦਾ? It's just a wish, we just can imagine। ਅਸੀਂ ਸਿਰਫ ਸੋਚ ਸਕਦੇ ਹਾਂ, ਇਹ true situation ਨਹੀਂ ਹੋ ਸਕਦੀ। ਸੇਮ ਜਿਸ ਤਰ੍ਹਾਂ ਹਾਈਪੋਥੈਟੀਕਲ ਸੀਗਾ। ਸੋ ਇਸ ਤਰੀਕੇ ਦੇ ਨਾਲ ਵੀ ਸਟੂਡੈਂਟਸ ਅਸੀਂ would ਨੂੰ ਯੂਜ਼ ਕਰਦੇ ਹਾਂ whenever we have a wish that cannot be true, ਜਿਹੜੀ ਕਦੀ true ਨਹੀਂ ਹੋ ਸਕਦੀ, ਉਹਨੂੰ ਆਪਾਂ ਉਸ ਸਿਚੁਏਸ਼ਨ ਦੇ ਵਿੱਚ ਵੀ ਇਸ ਤਰੀਕੇ ਨਾਲ ਯੂਜ਼ ਕਰਦੇ ਹਾਂ। ਸਟੂਡੈਂਟਸ ਹੁਣ ਆਪਾਂ ਇੱਕ ਹੋਰ ਯੂਜ਼ ਦੇਖਾਂਗੇ, ਲਾਸਟ ਬਟ ਨਾਟ ਲੀਸਟ, ਆਖਰੀ ਯੂਜ਼ ਹੈਗਾ ਆ, ਉਹ ਵੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਾਂ would ਨੂੰ ਯੂਜ਼ ਕਰਨਾ। ਉਸ ਤੋਂ ਬਾਅਦ ਸਟਰਕਚਰ ਦੇਖਾਂਗੇ, ਸੈਂਟੈਂਸ ਬਣਨੇ ਕਿਵੇਂ ਨੇ। ਸੋ ਸਟੂਡੈਂਟ ਦਿਸ ਇਜ਼ ਦ ਲਾਸਟ ਯੂਜ਼ ਆਫ would ਐਂਡ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਫॉर ਯੂ। ਇਹ ਵਾਲੇ ਸੈਂਟੈਂਸ ਦੇ ਵਿੱਚ ਸਟੂਡੈਂਟਸ ਅਕਸਰ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਫਿਊਚਰ ਨੂੰ ਦੇਖਿਆ ਹੁੰਦਾ ਆ, ਬਟ ਐਟ ਪ੍ਰੈਜ਼ੈਂਟ ਨਹੀਂ। ਅਸੀਂ ਅੱਜ ਇਹ ਨਹੀਂ ਕਹਿੰਦੇ ਕਿ ਕੱਲ ਇਦਾਂ ਹੋਵੇਗੀ, ਅਸੀਂ ਉਹ ਗੱਲ ਪਹਿਲਾਂ ਹੀ ਪਾਸਟ ਦੇ ਵਿੱਚ ਸੋਚ ਲਈ ਸੀਗੀ। ਮੀਨਸ ਕਿ ਪਾਸਟ ਦੇ ਵਿੱਚ ਅਸੀਂ ਸੋਚਿਆ ਸੀਗਾ ਫਿਊਚਰ ਦੇ ਬਾਰੇ ਕਿ ਇਸ ਤਰੀਕੇ ਦੇ ਨਾਲ ਹੋਵੇਗੀ। ਲੈਟ ਮੀ ਟੇਕ ਐਨ ਐਗਜ਼ਾਮਪਲ। ਕਈ ਵਾਰੀ ਅਸੀਂ ਕਹਿੰਦੇ ਆ ਮੈਨੂੰ ਯਕੀਨ ਸੀ ਕਿ ਮੈਂ ਸਕਸੈਸਫੁਲ ਹੋਵਾਂਗਾ। ਹੁਣ ਜਦੋਂ ਅਸੀਂ ਹੋਵਾਂਗਾ ਸੋਚਦੇ ਆ ਤਾਂ ਬਹੁਤ ਸਾਰੇ ਸਟੂਡੈਂਟ ਦੇਖਦੇ ਆ ਕਿ ਹੋਵਾਂਗਾ ਲੱਗਿਆ ਤਾਂ ਇਟ ਮੀਨਸ ਕਿ ਵਿਲ ਯੂਜ਼ ਹੋਵੇਗਾ। ਯੈਸ, ਵਿਲ ਯੂਜ਼ ਹੋਊਗਾ ਜੇਕਰ ਇਹ ਗੱਲ ਮੈਂ ਅੱਜ ਸੋਚ ਰਿਹਾ ਹੋਊਗਾ ਕਿ ਜੇਕਰ ਮੈਂ ਇਦਾਂ ਕਰਾਂ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਸ ਤਰੀਕੇ ਨਾਲ ਕਰਾਂਗਾ। ਸੋ ਮੈਨੂੰ ਲੱਗਦਾ ਹੈ, ਇਟ ਮੀਨਸ ਕਿ ਮੈਂ ਪ੍ਰੈਜ਼ੈਂਟ 'ਚ ਸੋਚਦਾ ਪਿਆ ਕਿ ਕੱਲ ਮੇਰੇ ਨਾਲ ਇਸ ਤਰੀਕੇ ਨਾਲ ਹੋਵੇਗੀ। ਬਟ ਕਈ ਵਾਰੀ ਅਸੀਂ ਪਹਿਲੇ ਹੀ ਕਹਿੰਦੇ ਆ ਕਿ ਮੈਂ ਉਦੋਂ ਹੀ ਸੋਚ ਲਿਆ ਸੀਗਾ ਕਿ ਇਦਾਂ ਹੋਵੇਗੀ। ਸੋ ਇਟ ਮੀਨਸ ਕਿ ਉਦੋਂ ਸੋਚ ਲਿਆ ਸੀ, ਉਹ ਮੇਰਾ ਪਾਸਟ ਦੇ ਵਿੱਚ ਜਾਣਾ। ਮੈਂ ਪਾਸਟ ਵਿੱਚ ਹੀ ਸੋਚ ਲਿਆ ਸੀ ਫਿਊਚਰ ਵਿੱਚ ਕੀ ਹੋਵੇਗਾ। ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਇਸ ਤਰੀਕੇ ਨਾਲ ਹੋਵੇਗੀ। ਸੋ ਇਟ ਮੀਨਸ ਕਿ ਉਸਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀਗਾ ਪਾਸਟ ਦੇ ਵਿੱਚ, ਬਟ ਉਹਨੇ ਪਾਸਟ ਦੇ ਵਿੱਚ ਮੇਰਾ ਫਿਊਚਰ ਪ੍ਰੈਡਿਕਟ ਕੀਤਾ ਸੀਗਾ। ਸੋ ਇਨ ਥੀਸ ਸਿਚੁਏਸ਼ਨਸ ਵੀ ਅਗੇਨ ਹੈਵ ਟੂ ਯੂਜ਼ would। ਲੈਟਸ ਟੇਕ ਅ ਲੁੱਕ
at the examples। ਸੋ ਫਸਟ ਸੈਂਟੈਂਸ ਦੇ ਵਿੱਚ ਜਿਵੇਂ ਆਪਾਂ ਸਮਝੇ ਸੀਗਾ ਕਿ ਫਿਊਚਰ ਸੀਨ ਫਰੋਮ ਪਾਸਟ, ਫਿਊਚਰ ਨੂੰ ਦੇਖਿਆ ਗਿਆ ਸੀ ਪਾਸਟ ਦੇ ਵਿੱਚ, ਉਦੋਂ ਆਪਾਂ ਯੂਜ਼ ਕਰਦੇ ਹਾਂ। ਮੈਂ ਕੁਝ ਕੁ ਐਗਜ਼ਾਮਪਲਸ ਪਹਿਲਾਂ ਪੰਜਾਬੀ ਚ ਲਿਖੀਆਂ, ਦੈਨ ਅਸੀਂ ਇੰਗਲਿਸ਼ ਚ ਦੇਖਾਂਗੇ। ਉਸਨੇ ਕਿਹਾ ਸੀ ਕਿ ਮੈਂ ਜਿੱਤਾਂਗਾ, ਉਸਨੇ ਕਿਹਾ ਸੀ ਪਾਸਟ ਵਿੱਚ ਕਿਹਾ ਸੀਗਾ ਕਿ ਮੈਂ ਜਿੱਤਾਂਗਾ, ਜਾਂ ਫਿਰ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਜਿੱਤਾਂਗਾ। ਸੋ ਆ ਜਿਹੜੀ ਗੱਲ ਆ ਇਹ ਪਾਸਟ ਵਿੱਚ ਹੋਈ ਸੀਗੀ। ਆ ਜਿਹੜੀ ਗੱਲ ਪ੍ਰੈਡਿਕਟ ਕੀਤੀ ਗਈ ਸੀ, ਫਿਊਚਰ ਦੇ ਬਾਰੇ ਪ੍ਰੈਡਿਕਟ ਕੀਤੀ ਗਈ ਸੀਗੀ, ਇਹ ਅੱਜ ਪ੍ਰੈਡਿਕਟ ਨਹੀਂ ਕੀਤੀ ਗਈ, ਪਹਿਲਾਂ ਪ੍ਰੈਡਿਕਟ ਕੀਤੀ ਗਈ ਸੀ। ਦੈਨ ਮੈਂ ਪਹਿਲਾਂ ਹੀ ਸੋਚਿਆ ਸੀ, ਮੈਂ ਪਹਿਲਾਂ ਹੀ ਸੋਚ ਲਿਆ ਸੀਗਾ, ਕੀ ਸੋਚ ਲਿਆ ਸੀਗਾ ਕਿ ਮੈਂ ਇੱਕ ਡਾਕਟਰ ਬਣਾਂਗਾ। ਹੁਣ ਤਾਂ ਨਹੀਂ ਸੋਚਿਆ, ਪਹਿਲਾਂ ਹੀ ਸੋਚ ਲਿਆ ਸੀ ਪਾਸਟ ਦੇ ਵਿੱਚ। ਪਾਸਟ ਦੇ ਵਿੱਚ ਮੈਂ ਆਪਣਾ ਫਿਊਚਰ ਦੇਖਿਆ ਸੀਗਾ ਕਿ ਮੈਂ ਇੱਕ ਡਾਕਟਰ ਬਣਾਂਗਾ। ਸੋ ਇਸ ਸਿਚੁਏਸ਼ਨ ਦੇ ਵਿੱਚ ਵੀ ਅਸੀਂ ਵੁੱਡ ਯੂਜ਼ ਕਰਾਂਗੇ। ਨੈਕਸਟ ਸਾਡਾ ਸੈਂਟੈਂਸ ਆ ਗਿਆ ਸਟੂਡੈਂਟਸ ਕਿ ਮਾਈ ਮਦਰ ਸੈਡ, ਮੇਰੀ ਮਦਰ ਨੇ ਕਿਹਾ ਸੀ, ਪਹਿਲਾਂ ਕਿਹਾ ਸੀਗਾ ਹੁਣ ਨਹੀਂ ਕਿਹਾ। ਕੀ ਕਿਹਾ ਸੀ? ਯੂ ਵੁੱਡ ਬੀ ਸਕਸੈਸਫੁਲ ਵਨ ਡੇ, ਕਿ ਤੂੰ ਇੱਕ ਦਿਨ ਸਕਸੈਸਫੁਲ ਜ਼ਰੂਰ ਹੋਵੇਂਗਾ। ਸੋ ਇਟ ਮੀਨਸ ਕਿਹਾ ਕਿ ਇਹ ਗੱਲ ਮੈਨੂੰ ਪਾਸਟ ਦੇ ਵਿੱਚ ਕਹੀ ਗਈ ਸੀਗੀ ਮੇਰੇ ਫਿਊਚਰ ਦੇ ਬਾਰੇ ਦੇ ਵਿੱਚ। ਇਸ ਕਰਕੇ ਆਪਾਂ ਇੱਥੇ ਜਿਹੜਾ ਆ ਵੁੱਡ ਨੂੰ ਯੂਜ਼ ਕਰਾਂਗੇ ਬਿਕੋਜ਼ ਸਾਡਾ ਜਿਹੜਾ ਮੇਨ ਸੈਂਟੈਂਸ ਆ ਉਹ ਪਾਸਟ ਦੇ ਵਿੱਚ ਜਾ ਰਿਹਾ। ਇਸੇ ਤਰੀਕੇ ਨਾਲ ਆਪਾਂ ਦੂਸਰਾ ਸੈਂਟੈਂਸ ਦੇਖਦੇ ਹਾਂ। he said that, ਉਸਨੇ ਕਿਹਾ ਸੀ, ਉਸਨੇ ਕੀ ਕਿਹਾ ਸੀਗਾ? I would win, ਮੈਂ ਜਿੱਤਾਂਗਾ। ਆ ਵਾਲਾ ਸੈਂਟੈਂਸ ਸਟੂਡੈਂਟ ਸਾਡਾ ਇੱਥੇ ਇੰਗਲਿਸ਼ ਚ ਕਨਵਰਟ ਕਰ ਦਿੱਤਾ ਗਿਆ। ਉਸਨੇ ਕਿਹਾ ਸੀ ਮੀਨਸ ਕਿਹਾ ਕਿ ਪਾਸਟ ਵਿੱਚ ਹੀ ਕਹਿ ਦਿੱਤਾ ਗਿਆ ਸੀਗਾ ਕਿ ਮੈਂ ਜਿੱਤਾਂਗਾ। ਸੋ ਇੱਥੇ will ਨਹੀਂ ਲੱਗੂਗਾ, ਇੱਥੇ ਲੱਗੂਗਾ would। will ਲੱਗੂਗਾ ਜਦੋਂ ਆਪਾਂ ਆਹ ਵਾਲੀ ਗੱਲ ਪ੍ਰੈਜ਼ੈਂਟ ਚ ਕਹਿੰਦੇ ਆ ਕਿ ਮੈਨੂੰ ਲੱਗਦਾ ਆ ਕਿ ਤੂੰ ਜਿੱਤੇਗਾ, ਫਿਰ ਅਸੀਂ ਇਹਨੂੰ ਪ੍ਰੈਜ਼ੈਂਟ ਚ ਯੂਜ਼ ਕਰ ਸਕਦੇ ਹਾਂ। ਇੱਥੇ ਅਸੀਂ will ਯੂਜ਼ ਕਰ ਸਕਦੇ ਹਾਂ, ਇੱਧਰ ਵੀ ਪ੍ਰੈਜ਼ੈਂਟ ਯੂਜ਼ ਹੋਊਗਾ, ਬਟ ਇੱਧਰ ਪਾਸਟ ਯੂਜ਼ ਹੋ ਰਿਹਾ। ਜਦੋਂ ਆਪਾਂ ਪਾਸਟ ਦੇ ਵਿੱਚ ਕਹਿੰਦੇ ਆ ਕਿ ਉਹ ਇਦਾਂ ਕਹਿੰਦਾ ਹੁੰਦਾ ਸੀ ਕਿ ਤੂੰ ਇਦਾਂ ਕਰੇਗਾ, then we have to use would। So last sentence students, I had already thought that, ਮੈਂ ਪਹਿਲਾਂ ਹੀ ਸੋਚਿਆ ਸੀ I would become a doctor, ਕਿ ਮੈਂ ਇੱਕ ਡਾਕਟਰ ਬਣਾਂਗਾ। ਸੋ ਮੈਂ ਆਪਣਾ ਫਿਊਚਰ ਪਾਸਟ ਵਿੱਚ ਸੋਚਿਆ ਸੀਗਾ ਕਿ ਪਾਸਟ ਵਿੱਚ ਮੈਂ ਕੀ ਸੋਚਿਆ ਸੀਗਾ ਕਿ ਮੈਂ ਇੱਕ ਡਾਕਟਰ ਬਣਾਂਗਾ। ਸੋ ਪਾਸਟ ਵਿੱਚ ਸੋਚੀ ਗਈ ਸੀ ਗੱਲ, ਇਸ ਕਰਕੇ ਇੱਥੇ ਜਿਹੜਾ would ਯੂਜ਼ ਹੋਇਆ। ਸੋ ਸਟੂਡੈਂਟਸ ਇਹ ਸੀਗੇ ਬੇਸਿਕਲੀ ਸਾਡੇ would ਦੇ ਯੂਜ਼ਸ। ਇਸ ਤੋਂ ਇਲਾਵਾ ਤੁਸੀਂ ਸੈਂਟੈਂਸ ਸਟਰਕਚਰਸ ਮੇਰੀ ਸਕਰੀਨ ਦੇ ਉੱਤੇ ਦੇਖ ਸਕਦੇ, ਇਹਨਾਂ ਨੂੰ ਨੋਟ ਕਰ ਲਿਓ ਕਿ ਕੁਐਸਚਨ ਬਣਨੇ ਕਿਦਾਂ। ਸੇਮ ਤਰੀਕੇ ਦੇ ਨਾਲ ਤੁਸੀਂ ਅਗਰ ਅਫਰਮੇਟਿਵ ਹਾਂ ਵਾਚਕ ਸੈਂਟੈਂਸ ਬਣਾਉਣਾ ਤੇ ਤੁਸੀਂ ਅਫਰਮੇਟਿਵ ਵਾਲਾ ਸਟਰਕਚਰ ਫੋਲੋ ਕਰਨਾ। I would do that, I would like that, I would like to, ਇਸ ਤਰੀਕੇ ਦੇ ਸਟਰਕਚਰ। ਦੈਨ ਅਗਰ ਤੁਸੀਂ ਨੈਗੇਟਿਵ ਕਰਨਾ ਤੇ would ਦੇ ਨਾਲ ਤੁਸੀਂ not ਯੂਜ਼ ਕਰਨਾ। ਐਂਡ ਕੰਟਰੈਕਸ਼ਨ ਦੇ ਵਿੱਚ ਵੀ ਜਿਹੜਾ ਤੁਸੀਂ wouldn't ਯੂਜ਼ ਕਰ ਸਕਦੇ ਆ। ਇਸ ਤੋਂ ਇਲਾਵਾ ਇੰਟਰੋਗੇਟਿਵ ਦੇ ਵਿੱਚ ਜਦੋਂ ਅਸੀਂ ਆਫਰ ਕਰਨਾ ਜਾਂ ਰਿਕੁਐਸਟ ਕਰਨੀ ਆ would ਜਿਹੜਾ ਆ ਅੱਗੇ ਯੂਜ਼ ਹੋਊਗਾ, ਔਰ ਐਂਡ ਜਿਹੜਾ ਸਾਡਾ ਸਬਜੈਕਟ ਆ ਉਹ will ਜਿਹੜਾ would ਤੋਂ ਬਾਅਦ ਦੇ ਵਿੱਚ ਯੂਜ਼ ਹੋਊਗਾ। ਐਂਡ ਦੈਨ ਵੀ ਹੈਵ ਟੂ ਯੂਜ਼ the first form of the verb। ਸੋ ਇਹ ਸੀਗੇ ਸਾਡੇ would ਦੇ ਯੂਜ਼ਸ। ਹੋਪ ਹੈ ਕਿ ਤੁਹਾਨੂੰ would ਦੇ ਯੂਜ਼ਸ ਦੇ ਵਿੱਚ ਜਿਹੜੀ ਕਨਫਿਊਜ਼ਨ ਸੀਗੀ ਉਹ ਦੂਰ ਹੋਈ ਹੋਊਗੀ। ਨਹੀਂ ਪਤਾ ਲੱਗਿਆ ਤਾਂ ਤੁਸੀਂ ਦੁਬਾਰਾ ਦੇਖ ਸਕਦੇ ਆ, ਮੈਨੂੰ ਕਮੈਂਟ ਕਰ ਸਕਦੇ ਆ, WhatsApp ਤੇ ਰਿਪਲਾਈ ਕਰ ਸਕਦੇ ਆ। ਅਗਰ ਕੋਈ ਡਾਊਟ ਹੈਗਾ ਆ ਉਹ ਕਲੈਰੀਫਿਕੇਸ਼ਨ ਉਸ ਚੀਜ਼ ਦੇ ਲਈ ਵੀ ਤੁਹਾਡੇ ਲਈ ਲੈ ਕੇ ਆਉਂਗਾ। ਸੋ ਸਟੂਡੈਂਟਸ ਅਗਰ ਵੀਡੀਓ ਚੰਗੀ ਲੱਗੀ ਹੈ ਤੇ ਹੁਣ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਐਂਡ ਇੰਪੋਰਟੈਂਟ ਥਿੰਗ ਕਿ ਬਾਕੀਆਂ ਨਾਲ ਵੀ ਸ਼ੇਅਰ ਕਰਿਓ। ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਇਸ ਤਰ੍ਹਾਂ ਦਾ ਕੰਟੈਂਟ ਤੁਹਾਡੇ ਲਈ ਮੈਂ ਹੋਰ ਲੈ ਕੇ ਆਉਂਦਾ ਰਹਾਂ। ਥੈਂਕ ਯੂ।